आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਤੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਅਸੀਂ ਇਸ ਕੜੀ ਤਹਿਤ ਗੁਜਰਾਤ ਦੇ ਇੱਕ ਮਹਾਨ ਸੁਤੰਤਰਤਾ ਸੈਨਾਨੀ ਤੇ ਸਮਾਜ ਸੁਧਾਰਕ ਝਾਵੇਰ ਚੰਦ ਮੇਘਾਨੀ ਅਤੇ ਮਣੀਪੁਰ ਦੇ ਮਹਾਨ ਸੁਤੰਤਰਤਾ ਸੈਨਾਨੀ ਚੇਂਗ ਜ਼ਾਓ ਪਾਓ ਡੋਂਗੇਲ ਦੀ ਗੱਲ ਕਰਾਂਗੇ। पेश है एक रिपोर्ट। ਝਾਵੇਰ ਚੰਦ ਮੇਘਾਨੀ ਦਾ ਜਨਮ ਅੱਜ ਦੇ ਹੀ ਦਿਨ 1896 ਵਿੱਚ ਗੁਜਰਾਤ ਦੇ ਸੁਰਿੰਦਰਨਗਰ ਜ਼ਿਲ੍ਹੇ ਦੇ ਚੋਟੀਲਾ ਕਸਬੇ 'ਚ ਹੋਇਆ ਸੀ। ਛੋਟੀ ਉਮਰ ਤੋਂ ਹੀ ਉਹਨਾਂ ਦੀ ਦਿਲਚਸਪੀ ਸਾਹਿਤ ਵਿੱਚ ਸੀ। ਉਹਨਾਂ ਆਪਣੀ ਪਹਿਲੀ ਕਵਿਤਾ ਸਿਰਫ 12 ਸਾਲਾਂ ਦੀ ਉਮਰ 'ਚ ਲਿਖੀ ਸੀ। ਉਹਨਾਂ ਨੇ ਸੰਸਕ੍ਰਿਤ ਅਤੇ ਅੰਗਰੇਜ਼ੀ ਦੋਹਾਂ ਦੇ ਸਾਹਿਤ 'ਚ ਡਿਗਰੀ ਹਾਸਲ ਕੀਤੀ। 1930 'ਚ ਇਸ ਮੰਨੇ ਪਰਮੰਨੇ ਕਵੀ ਤੇ ਲੇਖਕ ਨੂੰ ਸਿੰਧੂਡੋ ਕਿਤਾਬ ਲਿਖਣ ਤੇ 2 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ, ਜਿਸ ਵਿੱਚ ਅੰਗਰੇਜ਼ੀ ਸ਼ਾਸਨ ਵਿਰੁੱਧ ਸੁਤੰਤਰਤਾ ਸੰਗਰਾਮ 'ਚ ਹਿੱਸਾ ਲੈਣ ਵਾਲੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਲੇ ਗੀਤ ਸ਼ਾਮਲ ਸਨ। ਇਸ ਦੌਰਾਨ ਉਹਨਾਂ ਨੇ ਗੋਲਮੇਜ਼ ਕਾਨਫਰੰਸ ਲਈ ਗਾਂਧੀ ਜੀ ਦੀ ਲੰਡਨ ਯਾਤਰਾ ਤੇ ਆਧਾਰਿਤ ਕਾਵਿਆ ਤ੍ਰਿਪੁਟੀ ਲਿਖੀ ਸੀ। ਮਹਾਤਮਾ ਗਾਂਧੀ ਨੇ ਉਹਨਾਂ ਨੂੰ ਰਾਸ਼ਟਰੀ ਕਵੀ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ। ਸਰਦਾਰ ਵੱਲਭ ਭਾਈ ਪਟੇਲ ਨੇ ਉਹਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਸੀ ਕਿ ਉਹ ਇੱਕ ਜੋਸ਼ੀਲੀ ਆਵਾਜ਼ ਨਾਲ ਭਰਪੂਰ ਨੇ। ਉਹਨਾਂ ਦੇ ਪ੍ਰਸਿੱਧ ਗੀਤਾਂ ਵਿੱਚੋਂ ਇੱਕ ਮਨ ਮੋਰ ਬਣੀ ਥਨਗਟ ਕਰੇ यानी कि मेरा दिल एक मोर वांग नचदा है 2013 च बनी हिंदी फिल्म गोलियों की रासलीला रामलीला च कीता गया सी। मेघानी ने 100 ਤੋਂ ਵੱਧ ਕਿਤਾਬਾਂ ਲਿਖੀਆਂ। ਉਹਨਾਂ ਦੀ ਪਹਿਲੀ ਕਿਤਾਬ ਕੁਰਬਾਨੀ ਨੀ ਕਥਾ ਯਾਨੀ ਕਿ ਸ਼ਹਾਦਤ ਦੀਆਂ ਕਹਾਣੀਆਂ ਸਿਰਲੇਖ ਨਾਲ ਰਵਿੰਦਰਨਾਥ ਟੈਗੋਰ ਦੀ ਕੋਥਾਓ ਕਾਹਿਨੀ ਦਾ ਤਰਜਮਾ ਸੀ, ਜੋ ਪਹਿਲੀ ਵਾਰ 1922 ਚ ਛਪੀ ਸੀ। ਉਹ ਜਨਮ ਭੂਮੀ ਗਰੁੱਪ ਦੇ ਫੂਲਛਾਪ ਅਖਬਾਰ ਦੇ ਸੰਪਾਦਕ ਵੀ ਸਨ, ਜੋ ਹੁਣ ਤੱਕ ਰਾਜਕੋਟ ਤੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਅੱਜ ਦੇ ਹੀ ਦਿਨ 1928 ਚ ਆਲ ਪਾਰਟੀ ਸੰਮੇਲਨ ਦੇ ਲਖਨਊ ਇਜਲਾਸ ਚ ਨਹਿਰੂ ਕਮੇਟੀ ਦੀ ਰਿਪੋਰਟ ਜਾਂ ਨਹਿਰੂ ਰਿਪੋਰਟ ਪੇਸ਼ ਕੀਤੀ ਗਈ ਸੀ। ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਜਵਾਹਰ ਲਾਲ ਨਹਿਰੂ ਨਾਲ ਮੋਤੀ ਲਾਲ ਨਹਿਰੂ ਦੀ ਪ੍ਰਧਾਨਗੀ ਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ। 1928 ਚ ਜਦੋਂ ਸਾਈਮਨ ਕਮਿਸ਼ਨ ਭਾਰਤ ਆਇਆ ਤਾਂ ਭਾਰਤੀਆਂ ਖਾਸ ਕਰਕੇ ਭਾਰਤੀ ਰਾਸ਼ਟਰੀ ਕਾਂਗਰਸ ਨੇ ਉਸ ਦਾ ਜ਼ਬਰਦਸਤ ਵਿਰੋਧ ਕੀਤਾ ਸੀ। ਵਜ੍ਹਾ ਇਹ ਸੀ ਕਿ ਕਮਿਸ਼ਨ 'ਚ ਇੱਕ ਵੀ ਭਾਰਤੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਲਈ ਭਾਰਤ ਲਈ ਇੰਗਲੈਂਡ ਦੇ ਵਿਦੇਸ਼ ਮੰਤਰੀ ਲਾਰਡ ਬਿਰਕਿਨਹੈਡ ਨੇ ਭਾਰਤੀ ਨੇਤਾਵਾਂ ਨੂੰ ਭਾਰਤ ਲਈ ਸੰਵਿਧਾਨ ਦਾ ਖਰੜਾ ਤਿਆਰ ਕਰਨ ਦੀ ਚੁਣੌਤੀ ਦਿੱਤੀ। ਜਿਸ ਦਾ ਮਤਲਬ ਇਹ ਸੀ ਕਿ ਭਾਰਤੀ ਇੱਕ ਆਮ ਰਸਤਾ ਲੱਭਣ ਅਤੇ ਸੰਵਿਧਾਨ ਦਾ ਖਰੜਾ ਤਿਆਰ ਕਰਨ 'ਚ ਸਮਰੱਥ ਨਹੀਂ ਸਨ। ਰਾਜਨੀਤਿਕ ਨੇਤਾਵਾਂ ਨੇ ਇਸ ਚੁਣੌਤੀ ਨੂੰ ਮਨਜ਼ੂਰ ਕੀਤਾ। ਇੱਕ ਸਰਵ ਪਾਰਟੀ ਸੰਮੇਲਨ ਆਯੋਜਿਤ ਕੀਤਾ ਗਿਆ ਅਤੇ ਇੱਕ ਕਮੇਟੀ ਨਿਯੁਕਤ ਕੀਤੀ ਗਈ, ਜਿਸ ਨੂੰ ਸੰਵਿਧਾਨ ਦਾ ਖਰੜਾ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ। ਨਹਿਰੂ ਰਿਪੋਰਟ ਦਾ ਮੁੱਢਲਾ ਉਦੇਸ਼ ਬ੍ਰਿਟਿਸ਼ ਰਾਸ਼ਟਰਮੰਡਲ ਅੰਦਰ ਭਾਰਤ ਨੂੰ ਡੋਮੀਨੀਅਨ ਦਾ ਦਰਜਾ ਦੇਣਾ ਸੀ। ਰਿਪੋਰਟ ਦੀਆਂ ਕੁਝ ਮੁੱਖ ਸਿਫਾਰਿਸ਼ਾਂ 'ਚ ਕੇਂਦਰ ਕੋਲ ਸ਼ਕਤੀਆਂ ਨਾਲ ਸਰਕਾਰ ਦੇ ਫੈਡਰਲ ਢਾਂਚੇ ਦਾ ਗਠਨ, 19 ਮੌਲਿਕ ਅਧਿਕਾਰਾਂ ਦੀ ਸਥਾਪਨਾ ਜਿਨ੍ਹਾਂ 'ਚ 21 ਸਾਲ ਤੋਂ ਵੱਧ ਦੀ ਉਮਰ ਦੇ ਮਰਦਾਂ ਅਤੇ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਹੋਵੇ, ਨਾਗਰਿਕਾਂ ਦੇ ਰੂਪ 'ਚ ਮਰਦਾਂ ਤੇ ਔਰਤਾਂ ਦੇ ਬਰਾਬਰ ਅਧਿਕਾਰ, ਰਾਸ਼ਟਰ ਦਾ ਕੋਈ ਧਰਮ ਹੋਣਾ ਅਤੇ ਸਰਵਉੱਚ ਅਦਾਲਤ ਦੇ ਨਿਰਮਾਣ ਦੇ ਪ੍ਰਸਤਾਵ ਵਰਗੀਆਂ ਸਿਫਾਰਿਸ਼ਾਂ ਸ਼ਾਮਲ ਸਨ। ਅਸਲ ਵਿੱਚ ਨਹਿਰੂ ਰਿਪੋਰਟ ਭਾਰਤੀਆਂ ਵੱਲੋਂ ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਦਾ ਪਹਿਲਾ ਵੱਡਾ ਯਤਨ ਸੀ। ਅੱਜ ਮਣੀਪੁਰ ਦੇ ਮਹਾਨ ਸੁਤੰਤਰਤਾ ਸੈਨਾਨੀ ਚੇਂਗਜਾਪਾਓ ਡੋਂਗੇਲ ਦੀ ਬਰਸੀ ਹੈ, ਜਿਨ੍ਹਾਂ ਨੂੰ ਚੇਂਗਜਾਪਾਓ ਕੁਕੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਉਹਨਾਂ ਕੁਕੀ ਨੇਤਾਵਾਂ ਚੋਂ ਇੱਕ ਸਨ ਜਿਨ੍ਹਾਂ ਨੇ 1917 ਤੋਂ 19 ਦੇ ਕੁਕੀ ਵਿਦਰੋਹ ਦੌਰਾਨ ਅੰਗਰੇਜ਼ ਹਕੂਮਤ ਤੇ ਸਵਾਲ ਉਠਾਇਆ ਸੀ। ਦੂਜੀ ਵਿਸ਼ਵ ਜੰਗ ਦੌਰਾਨ ਉਹਨਾਂ ਨੇ ਆਜ਼ਾਦ ਹਿੰਦ ਫੌਜ ਦੇ ਬੈਨਰ ਹੇਠ ਅੰਗਰੇਜ਼ਾਂ ਦੇ ਕਾਲੋਨੀਅਲ ਅਤੇ ਸਾਮੰਤੀ ਅਧਿਕਾਰ ਖਿਲਾਫ ਕੁਕੀ ਭਾਈਚਾਰੇ ਨੂੰ ਇਕਜੁੱਟ ਕੀਤਾ। ਇਹ ਡੋਂਗਲ ਕਬੀਲੇ ਦੇ ਸ਼ਹਿਰ ਐਸਨ ਦੇ ਮੁਖੀ ਸਨ। ਚੇਂਗਜਾਪਾਓ ਦੇ ਸ਼ਾਸਨਕਾਲ ਦੌਰਾਨ ਐਸਨ ਦੀ ਮਹਿਮਾ ਦੂਰ-ਦੂਰ ਤੱਕ ਫੈਲ ਗਈ ਅਤੇ ਇਹ ਸਭ ਤੋਂ ਵੱਧ ਸ਼ਕਤੀਸ਼ਾਲੀ ਸ਼ਹਿਰ ਬਣ ਗਿਆ। ਅੰਗਰੇਜ਼ ਸਰਕਾਰ ਨੇ ਚੇਂਗਜਾਪਾਓ ਡੋਂਗਲ ਦੀ ਵੱਧਦੀ ਤਾਕਤ ਤੇ ਕੁਕੀ ਭਾਈਚਾਰੇ ਦੇ ਵਿਦਰੋਹ ਨੂੰ ਭਾਰਤ ਦੇ ਪੂਰਬੀ ਹਿੱਸੇ ਲਈ ਇੱਕ ਗੰਭੀਰ ਖਤਰੇ ਦੇ ਰੂਪ ਵਿੱਚ ਵੇਖਿਆ।
ਚੇਂਗਜਾਪਾਓ ਡੋਂਗੇਲ ਨੂੰ ਗ੍ਰਿਫਤਾਰ ਕਰਕੇ 4 ਸਾਲਾਂ ਲਈ ਜੇਲ੍ਹ ਭੇਜ ਦਿੱਤਾ ਗਿਆ ਸੀ। ਭਾਰਤ ਨੂੰ